ਸਿੱਖਿਆ ਵਿਭਾਗ ਪੰਜਾਬ ਦੇ ਉਦਮ ਸਦਕਾ ਇਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਜਤਿੰਦਰ ਸਿੰਘ ਲੈਕਚਰਰ ਫਿਜ਼ਿਕਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵੱਲੋਂ ਤਹਿ ਦਿਲੋਂ ਸਵਾਗਤ ਹੈ। ਇਸ ਲੈਕਚਰ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਆਪਾਂ ਜਨਰੇਟਰ ਦਾ ਹੈਂਡਲ ਘੁਮਾਉਂਦੇ ਆ ਤਾਂ ਬਿਜਲੀ ਕਿਵੇਂ ਪੈਦਾ ਹੋਣ ਲੱਗ ਜਾਂਦੀ ਹੈ, ਕਿਵੇਂ ਭਾਖੜਾ ਡੈਮ ਦੇ ਉੱਤੇ ਪਾਣੀ ਦੀਆਂ ਛੱਲਾਂ ਦੇ ਨਾਲ ਟਰਬਾਈਨਾਂ ਘੁੰਮ ਕੇ ਬਿਜਲੀ ਪੈਦਾ ਹੁੰਦੀ ਹੈ ਤੇ ਟਰਾਂਸਫਾਰਮਰਸ ਦੀ ਹੈਲਪ ਦੇ ਨਾਲ ਕਿਸ ਫਿਨੋਮੇਨਾ ਦੇ ਨਾਲ ਸਾਡੇ ਘਰਾਂ ਤੱਕ ਪਹੁੰਚ ਜਾਂਦੀ ਹੈ। ਕਿਵੇਂ ਜਦੋਂ ਅਸੀਂ ਕਾਰ ਨੂੰ, ਮੋਟਰਸਾਈਕਲ ਨੂੰ, ਸਕੂਟਰ ਨੂੰ ਚਲਾਉਂਦੇ ਆ ਤਾਂ ਨਾਲ ਦੀ ਨਾਲ ਸਾਡੀ ਬੈਟਰੀ ਵੀ ਚਾਰਜ ਹੋਈ ਜਾਂਦੀ ਹੈ। ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਅੱਜ ਆਪਾਂ ਇਸ ਲੈਕਚਰ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ। ਗੱਲ ਉਦੋਂ ਦੀ ਆ ਜਦੋਂ ਅੱਜ ਤੋਂ ਕਰੀਬ 200 ਸਾਲ ਪਹਿਲਾਂ ਇਲੈਕਟ੍ਰੀਸਿਟੀ ਤੇ ਮੈਗਨੇਟਿਜ਼ਮ ਦੋਨਾਂ ਚੀਜ਼ਾਂ ਨੂੰ ਬਿਲਕੁਲ ਅਲੱਗ-ਅਲੱਗ ਵਰਤਾਰਿਆਂ ਦੇ ਤੌਰ ਤੇ ਜਾਣਦੇ ਸੀ। ਤਾਂ ਉਦੋਂ ਓਸਟਡ ਦੇ ਇੱਕ ਛੋਟੇ ਜਿਹੇ ਐਕਸਪੈਰੀਮੈਂਟ ਦੇ ਨਾਲ ਜਿਹੜਾ ਕਿ ਬਾਈ ਚਾਂਸ ਹੋਇਆ ਸੀ ਕਿ ਜਦੋਂ ਓਸਟਡ ਨੇ ਇੱਕ ਕਰੰਟ ਕੈਰਿੰਗ ਵਾਇਰ ਨੂੰ ਮੈਗਨੈਟਿਕ ਨੀਡਲ ਦੇ ਕੋਲ ਰੱਖਿਆ ਸੀ ਤਾਂ ਮੈਗਨੈਟਿਕ ਨੀਡਲ ਉਸ ਕਰੰਟ ਦੇ ਦੁਆਰਾ ਪੈਦਾ ਕੀਤੇ ਮੈਗਨੈਟਿਕ ਫੀਲਡ ਨਾਲ ਪ੍ਰਭਾਵਿਤ ਹੋ ਗਈ ਸੀ। ਉਦੋਂ ਇਹ ਪਤਾ ਲੱਗਿਆ ਕਿ ਤਾਰ ਦੇ ਵਿੱਚ ਮੌਜੂਦ ਕਰੰਟ ਮੈਗਨੈਟਿਕ ਫੀਲਡ ਦਾ ਜਨਮਦਾਤਾ ਹੈ। ਉਸੇ ਇਫੈਕਟ ਤੋਂ ਪ੍ਰਭਾਵਿਤ ਹੋ ਕੇ ਮਿਚਲ ਫੈਰਾਡੇ ਇੰਗਲੈਂਡ ਦੇ ਵਿੱਚ ਅਤੇ ਜੋਸਫ ਹੈਨਰੀ ਅਮਰੀਕਾ ਦੇ ਵਿੱਚ ਇੱਕ ਖਾਸ ਕੁਦਰਤ ਦੇ ਵਰਤਾਰੇ ਦੇ ਉੱਤੇ ਕੰਮ ਕਰਨਾ ਸਟਾਰਟ ਕੀਤਾ, ਜਿਸ ਵਿੱਚ ਕੁਦਰਤ ਇਹ ਸਿਖਾਉਂਦੀ ਹੈ ਕਿ ਜੇਕਰ ਕੋਈ ਕਿਰਿਆ ਖੱਬਿਓਂ ਸੱਜੇ ਪਾਸੇ ਨੂੰ ਚੱਲਦੀ ਹੈ ਤਾਂ ਉਹ ਸੱਜਿਓਂ ਖੱਬੇ ਨੂੰ ਵੀ ਚੱਲ ਸਕਦੀ ਹੈ। ਮਤਲਬ ਕੁਦਰਤ ਹਮੇਸ਼ਾ ਬੈਲੈਂਸ ਰੱਖਦੀ ਹੈ। ਤੇ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਜੇਕਰ ਤਾਰ ਵਿੱਚ ਚੱਲਦਾ ਹੋਇਆ ਕਰੰਟ ਮੈਗਨੈਟਿਕ ਫੀਲਡ ਪੈਦਾ ਕਰ ਸਕਦਾ ਤਾਂ ਕਿਉਂ ਨਹੀਂ ਇੱਕ ਮੈਗਨੈਟਿਕ ਫੀਲਡ ਨੂੰ ਜੇਕਰ ਹਿਲਾਇਆ ਜਾਵੇ ਤਾਂ ਉਸ ਨੂੰ ਵੀ ਤਾਰ ਦੇ ਵਿੱਚੋਂ ਦੀ ਕਰੰਟ ਪੈਦਾ ਕਰਨਾ ਚਾਹੀਦਾ। ਮਤਲਬ ਦੋਨੇ ਫਿਨੋਮੇਨਾ ਇੱਕ ਦੂਜੇ ਦੇ ਰੈਸੀਪ੍ਰੋਕਲ ਹੋਣੇ ਚਾਹੀਦੇ ਆ। ਸੋ ਅੱਜ ਦੇ ਐਕਸਪੈਰੀਮੈਂਟਸ ਦੇ ਵਿੱਚ ਜੋ ਕਿ ਫੈਰਾਡੇ ਅਤੇ ਹੈਨਰੀ ਨੇ ਸਕਸੈਸਫੁਲੀ ਕੀਤੇ, ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਤੇ ਜਿਹੜੇ ਉਹਨਾਂ ਤੋਂ ਸਿੱਟੇ ਨਿਕਲੇ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਨਾਲ ਦੀ ਨਾਲ ਮੈਗਨੈਟਿਕ ਫਲਕਸ ਦਾ ਜੋ ਕਨਸੈਪਟ ਹੈ ਉਸ ਨੂੰ ਸਮਝਾਂਗੇ, ਉਸ ਦੀਆਂ ਯੂਨਿਟਸ ਕਰਾਂਗੇ, ਡਾਇਮੈਂਸ਼ਨਲ ਫਾਰਮੂਲਾ ਕਰਾਂਗੇ। ਆਓ ਫੈਰਾਡੇ ਦੇ ਐਕਸਪੈਰੀਮੈਂਟਸ ਨੂੰ ਦੇਖੀਏ ਕਿ ਕਿਸ ਤਰੀਕੇ ਦੇ ਨਾਲ ਇੰਡਿਊਸਡ ਕਰੰਟਸ ਕਰੰਟ ਲੂਪ ਦੇ ਵਿੱਚ ਪੈਦਾ ਹੋਏ। ਇੱਕ ਮੂਵਿੰਗ ਕੋਇਲ ਗਲਵੈਨੋਮੀਟਰ ਜੋ ਕਿ ਸਾਨੂੰ ਕਰੰਟ ਦੀ ਪ੍ਰੈਜ਼ੈਂਸ ਦੀ ਜਾਣਕਾਰੀ ਦੇਵੇਗਾ। ਇਸ ਦੀ ਸੂਈ ਕਰੰਟ ਦੀ ਡਾਇਰੈਕਸ਼ਨ ਦੱਸਦੀ ਹੈ। ਇਹ ਸਾਡੇ ਕੋਲ ਇੱਕ ਪਲਾਸਟਿਕ ਦੀ ਪਾਈਪ ਦੇ ਉੱਤੇ ਕਾਪਰ ਦੀ ਵਾਇਰ ਲਪੇਟ ਕੇ ਇੱਕ ਕੋਇਲ ਬਣਾਈ ਗਈ ਹੈ। ਹੁਣ ਅਸੀਂ ਇੱਕ ਬਾਰ ਮੈਗਨੇਟ ਨੂੰ ਇਸ ਕੋਇਲ ਦੇ ਨੇੜੇ ਲੈ ਕੇ ਜਾਵਾਂਗੇ ਤਾਂ ਅਸੀਂ ਧਿਆਨ ਦੇਣਾ ਹੈ ਗਲਵੈਨੋਮੀਟਰ ਦੀ ਸੂਈ ਜੋ ਕਿ ਫਿਲਹਾਲ 0 ਦੇ ਉੱਤੇ ਹੈ। ਜਿਉਂ ਹੀ ਅਸੀਂ ਮੈਗਨੇਟ ਨੂੰ ਨੇੜੇ ਲੈ ਕੇ ਜਾਂਦੇ ਹਾਂ ਤਾਂ ਦੇਖੀਏ ਗਲਵੈਨੋਮੀਟਰ ਦੀ ਸੂਈ ਸੱਜੇ ਪਾਸੇ ਨੂੰ ਹੋ ਕੇ ਦੁਬਾਰੇ 0 ਤੇ ਆ ਗਈ ਹੈ। ਭਾਵੇਂ ਕਿ ਹਜੇ ਮੈਗਨੇਟ ਕੋਇਲ ਦੇ ਅੰਦਰ ਹੀ ਹੈ। ਤਾਂ ਇੱਥੋਂ ਸਾਨੂੰ ਇਹ ਪਤਾ ਲੱਗਦਾ ਜਦੋਂ ਮੈਗਨੇਟ ਸਟੇਸ਼ਨਰੀ ਹੁੰਦਾ ਤਾਂ ਉਦੋਂ ਕੋਈ ਵੀ ਕਰੰਟ ਫਲੋ ਨਹੀਂ ਕਰ ਰਿਹਾ। ਤੇ ਜਦੋਂ ਹੀ ਮੈਂ ਮੈਗਨੇਟ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਗਲਵੈਨੋਮੀਟਰ ਦੀ ਸੂਈ ਵੱਲ ਧਿਆਨ ਨਾਲ ਦੇਖੀਏ ਤੇ ਉਹ ਦੂਸਰੇ ਪਾਸੇ ਨੂੰ ਮੂਵ ਕੀਤੀ। ਇਸ ਦਾ ਮਤਲਬ ਤਾਰ ਦੇ ਵਿੱਚ ਉਲਟ ਡਾਇਰੈਕਸ਼ਨ ਦੇ ਵਿੱਚੋਂ ਦੀ ਕਰੰਟ ਫਲੋ ਕੀਤਾ। ਦੁਬਾਰੇ ਦੇਖੀਏ ਮੈਗਨੇਟ ਨੂੰ ਬੜੇ ਸਲੋਲੀ ਅਸੀਂ ਅੰਦਰ ਲੈ ਕੇ ਜਾਂਦੇ ਹਾਂ ਤੇ ਗਲਵੈਨੋਮੀਟਰ ਦੀ ਸੂਈ 4 ਯੂਨਿਟ ਮੂਵ ਕੀਤੀ ਤੇ ਵਾਪਸ ਲੈ ਕੇ ਆਉਂਦਾ ਤਾਂ ਲਗਭਗ 4 ਯੂਨਿਟ ਹੀ ਦੂਸਰੇ ਪਾਸੇ ਮੂਵ ਕੀਤੀ। ਪਰ ਜੇਕਰ ਮੈਂ ਮੈਗਨੇਟ ਨੂੰ ਇੱਕਦਮ ਲੈ ਕੇ ਜਾਂਦਾ ਗਲਵੈਨੋਮੀਟਰ ਦੀ ਸੂਈ 7-8 ਪੁਆਇੰਟ ਮੂਵ ਕੀਤੀ। ਇਸੇ ਤਰ੍ਹਾਂ ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਮੈਗਨੇਟ ਨੂੰ ਮੈਂ ਲੈ ਕੇ ਜਾਂਦਾ ਫਿਰ ਅਸੀਂ ਦੇਖਿਆ ਕਿ ਗਲਵੈਨੋਮੀਟਰ ਦੀ ਸੂਈ ਲਗਭਗ 8 ਯੂਨਿਟ ਦੂਸਰੀ ਡਾਇਰੈਕਸ਼ਨ ਦੇ ਵਿੱਚ ਮੂਵ ਕੀਤੀ। ਇਹੀ ਨਹੀਂ, ਫੈਰਾਡੇ ਨੇ ਮੈਗਨੇਟ ਨੂੰ ਸਥਿਰ ਰੱਖ ਕੇ ਕੋਇਲ ਨੂੰ ਮੂਵ ਕਰਕੇ ਵੀ ਦੇਖਿਆ। ਜਦੋਂ ਕੋਇਲ ਨੂੰ ਮੂਵ ਕਰਕੇ ਦੇਖਿਆ ਫਿਰ ਸੇਮ ਰਿਜ਼ਲਟ ਸਾਡੇ ਕੋਲੇ ਆਏ ਸੀ। ਤੇ ਬਾਹਰ ਨੂੰ ਲੈ ਕੇ ਜਾਣ ਵੇਲੇ ਗਲਵੈਨੋਮੀਟਰ ਦੀ ਸੂਈ ਖੱਬੇ ਪਾਸੇ ਨੂੰ ਮੁੜੀ ਸੀ ਤੇ ਮੈਗਨੇਟ ਦੀ ਦਿਸ਼ਾ ਬਦਲਣ ਦੇ ਨਾਲ ਅੰਦਰਲੇ ਪਾਸੇ ਲੈ ਕੇ ਜਾਣ ਤੇ ਗਲਵੈਨੋਮੀਟਰ ਦੀ ਸੂਈ ਲੈਫਟ ਸਾਈਡ ਨੂੰ ਮੁੜੀ ਤੇ ਬਾਹਰ ਕੱਢਣ ਦੇ
ਸੱਜੇ ਪਾਸੇ ਨੂੰ ਮੋੜੀ। ਇਹ ਸੀ ਫੈਰਾਡੇ ਅਤੇ ਹੈਨਰੀ ਦਾ ਪਹਿਲਾ ਐਕਸਪੈਰੀਮੈਂਟ। ਇਸ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਜਦੋਂ ਕੋਇਲ ਤੇ ਮੈਗਨੇਟ ਆਪਸ ਵਿੱਚ ਹੀ ਰੈਲੇਟਿਵ ਮੋਸ਼ਨ ਦੇ ਵਿੱਚ ਹੁੰਦੇ ਹਨ ਤਾਂ ਉਦੋਂ ਇੰਡਿਊਸਡ ਕਰੰਟਸ ਪੈਦਾ ਹੁੰਦੇ ਹਨ, ਤੇ ਇਹ ਇੰਡਿਊਸਡ ਕਰੰਟਸ ਵੱਧ ਜਾਂਦੇ ਹਨ ਜੇਕਰ ਰੈਲੇਟਿਵ ਮੋਸ਼ਨ ਫਾਸਟ ਕਰ ਦਿੱਤਾ ਜਾਵੇ। ਪਰ ਇੰਡਿਊਸਡ ਕਰੰਟ ਸਿਰਫ ਉਦੋਂ ਹੀ ਪੈਦਾ ਹੁੰਦੇ ਨੇ ਮੈਗਨੇਟ ਤੇ ਕੋਇਲ ਦੋਨੇ ਆਪਸ ਵਿੱਚ ਮੋਸ਼ਨ ਦੇ ਵਿੱਚ ਸਨ। ਜਿਉਂ ਹੀ ਦੋਨੇ ਰੈਸਟ ਤੇ ਆਉਂਦੇ ਨੇ ਤਾਂ ਇੰਡਿਊਸਡ ਕਰੰਟਸ ਪੈਦਾ ਹੋਣ ਤੋਂ ਹਟ ਜਾਂਦੇ ਨੇ। ਫੈਰਾਡੇ ਦੇ ਦੂਸਰੇ ਐਕਸਪੈਰੀਮੈਂਟ ਦੇ ਵਿੱਚ ਫੈਰਾਡੇ ਨੇ ਮੈਗਨੇਟ ਦੀ ਜਗ੍ਹਾ ਦੇ ਉੱਤੇ ਇੱਕ ਹੋਰ ਕੋਇਲ ਯੂਜ਼ ਕੀਤੀ ਜੋ ਕਿ ਬੈਟਰੀ ਦੇ ਨਾਲ ਕਨੈਕਟਡ ਹੈ। ਜਦੋਂ ਹੀ ਇਸ ਨੂੰ ਪਹਿਲਾਂ ਵਾਲੀ ਕੋਇਲ ਦੇ ਅੰਦਰ ਲੈ ਕੇ ਜਾਂਦੇ ਹਾਂ ਤਾਂ ਗਲਵੈਨੋਮੀਟਰ ਦੀ ਡਿਫਲੈਕਸ਼ਨ ਨੂੰ ਦੇਖੀਏ। ਸੂਈ ਸੱਜੇ ਪਾਸੇ ਨੂੰ ਮੁੜ ਕੇ ਫਿਰ ਜ਼ੀਰੋ ਦੇ ਉੱਤੇ ਆ ਕੇ ਖਲੋ ਗਈ ਹੈ। ਹੁਣ ਇਹ ਦੇਖਿਆ ਜਾਵੇ ਜਿਵੇਂ ਪਹਿਲਾਂ ਮੈਗਨੇਟ ਦੇ ਨਾਲ ਹੋਇਆ ਸੀ ਉਸੇ ਤਰੀਕੇ ਨਾਲ ਇਹ ਕੋਇਲ ਵੀ ਬਿਹੇਵ ਕਰ ਰਹੀ ਹੈ। ਹੁਣ ਜਦੋਂ ਇਸ ਕੋਇਲ ਨੂੰ ਅਸੀਂ ਬਾਹਰ ਖਿੱਚਦੇ ਹਾਂ ਤਾਂ ਗਲਵੈਨੋਮੀਟਰ ਦੀ ਸੂਈ ਉਲਟ ਦਿਸ਼ਾ ਦੇ ਵਿੱਚ ਡਿਫਲੈਕਸ਼ਨ ਸ਼ੋ ਕਰਦੀ ਹੈ। ਫੈਰਾਡੇ ਨੇ ਤੀਸਰਾ ਐਕਸਪੈਰੀਮੈਂਟ ਕਰਕੇ ਦੇਖਿਆ ਤਾਂ ਉਸ ਵਿੱਚ ਫੈਰਾਡੇ ਨੇ ਇਲੈਕਟ੍ਰੋਮੈਗਨੇਟ ਨੂੰ ਪਹਿਲੋਂ ਹੀ ਦੂਸਰੀ ਕੋਇਲ ਦੇ ਵਿੱਚ ਰੱਖ ਦਿੱਤਾ ਤੇ ਉਸ ਤੋਂ ਬਾਅਦ ਕਰੰਟ ਨੂੰ ਔਨ ਕੀਤਾ। ਅਸੀਂ ਚੁੰਡੀ ਦੀ ਹੈਲਪ ਦੇ ਨਾਲ ਬੈਟਰੀ ਦੇ ਦੂਸਰੇ ਟਰਮੀਨਲ ਦੇ ਨਾਲ ਕਰੰਟ ਨੂੰ ਔਨ ਕਰਾਂਗੇ। ਜਦੋਂ ਹੀ ਚੁੰਡੀ ਨੂੰ ਦੂਸਰੇ ਟਰਮੀਨਲ ਦੇ ਨਾਲ ਕਨੈਕਟ ਕੀਤਾ ਜਾਂਦਾ ਹੈ ਤਾਂ ਗਲਵੈਨੋਮੀਟਰ ਦੀ ਸੂਈ ਡਿਫਲੈਕਸ਼ਨ ਦੇ ਕੇ ਫਿਰ ਜ਼ੀਰੋ ਤੇ ਆ ਜਾਂਦੀ ਹੈ। ਜਦੋਂ ਇਸ ਨੂੰ ਚੱਕਿਆ ਜਾਵੇਗਾ ਤਾਂ ਗਲਵੈਨੋਮੀਟਰ ਦੀ ਸੂਈ ਦੂਸਰੇ ਪਾਸੇ ਨੂੰ ਮੁੜ ਕੇ ਹਟ ਜਾਂਦੀ ਹੈ। ਇੱਕ ਵਾਰੀ ਫਿਰ ਇਸ ਨੂੰ ਧਿਆਨ ਨਾਲ ਦੇਖੀਏ। ਜਦੋਂ ਚੁੰਡੀ ਨੂੰ ਲਗਾਇਆ ਜਾਂਦਾ ਹੈ ਤਾਂ ਗਲਵੈਨੋਮੀਟਰ ਦੀ ਸੂਈ ਇੱਧਰ ਨੂੰ ਹਟ ਗਈ ਤੇ ਹਟਾਉਣ ਤੇ ਖੱਬੇ ਪਾਸੇ ਨੂੰ ਹੋ ਕੇ ਸੈਂਟਰ ਦੇ ਵਿੱਚ ਫਿਰ ਆ ਜਾਂਦੀ ਹੈ। ਇਸ ਤੋਂ ਭਾਵ ਇਹ ਹੋਇਆ ਕਿ ਕਰੰਟ ਦੇ ਵਧਣ ਅਤੇ ਘਟਣ ਨਾਲ ਵੀ ਇੰਡਿਊਸਡ ਕਰੰਟਸ ਪੈਦਾ ਹੋਏ। ਸੋ ਇਹ ਸਨ ਫੈਰਾਡੇ ਦੇ ਤਿੰਨੋਂ ਐਕਸਪੈਰੀਮੈਂਟ। ਸਭ ਤੋਂ ਪਹਿਲੀ ਗੱਲ, ਜਦੋਂ ਇੱਕ ਖਾਲੀ ਤਾਰ ਦੇ ਲੂਪ ਦੇ ਨੇੜੇ ਇੱਕ ਮੈਗਨੇਟ ਮੂਵ ਕਰਾਇਆ ਗਿਆ ਤਾਂ ਮੈਗਨੇਟ ਦੇ ਮੈਗਨੈਟਿਕ ਫੀਲਡ ਨੇ ਲੂਪ ਨੂੰ ਪ੍ਰਭਾਵਿਤ ਕਰਦੇ ਹੋਏ ਇਸ ਵਿੱਚ ਕਰੰਟ ਪੈਦਾ ਕਰ ਦਿੱਤਾ ਜੋ ਕਿ ਗਲਵੈਨੋਮੀਟਰ ਦੀ ਡਿਫਲੈਕਸ਼ਨ ਤੋਂ ਸਾਨੂੰ ਪਤਾ ਲੱਗਿਆ। ਤੇ ਜਿਉਂ ਹੀ ਇਸ ਮੈਗਨੇਟ ਨੂੰ ਵਾਪਸ ਮੋੜਿਆ ਗਿਆ ਤਾਂ ਕਰੰਟ ਨੇ ਆਪਣੀ ਪਹਿਲਾਂ ਵਾਲੀ ਡਾਇਰੈਕਸ਼ਨ ਜੋ ਕਿ ਰਾਈਟ ਸਾਈਡ ਵਾਲੇ ਪਾਸੇ ਨੂੰ ਸੀ ਉਸ ਨੂੰ ਚੇਂਜ ਕਰਕੇ ਲੈਫਟ ਸਾਈਡ ਤੋਂ ਕਰ ਲਿਆ। ਇਸ ਤੋਂ ਇਹ ਪਤਾ ਲੱਗਿਆ ਕਿ ਮੈਗਨੇਟ ਦੇ ਮੋਸ਼ਨ ਦੇ ਨਾਲ ਕਰੰਟ ਦੀ ਡਾਇਰੈਕਸ਼ਨ ਚੇਂਜ ਹੁੰਦੀ ਹੈ। ਜੇਕਰ ਮੈਗਨੇਟ ਨੂੰ ਤਾਰ ਦੇ ਵੱਲ ਨੂੰ ਲੈ ਕੇ ਜਾਇਆ ਜਾਂਦਾ ਹੈ ਕਰੰਟ ਦੀ ਡਾਇਰੈਕਸ਼ਨ ਐਂਟੀ ਕਲੌਕਵਾਈਜ਼, ਤੇ ਜਦੋਂ ਪਿੱਛੇ ਨੂੰ ਲੈ ਕੇ ਜਾਂਦੇ ਆ ਮੈਗਨੇਟ ਨੂੰ ਤੇ ਕਰੰਟ ਦੀ ਡਾਇਰੈਕਸ਼ਨ ਕਲੌਕਵਾਈਜ਼ ਆਈ ਸੀ। ਇੱਥੇ ਇਹ ਵੀ ਪਤਾ ਲੱਗਿਆ ਕਿ ਜੇਕਰ ਮੈਗਨੇਟ ਨੂੰ ਤੇਜ਼ੀ ਦੇ ਨਾਲ ਲੈ ਕੇ ਜਾਇਆ ਗਿਆ, ਮੈਗਨੇਟ ਦਾ ਤੇ ਕੋਇਲ ਦਾ ਰੈਲੇਟਿਵ ਮੋਸ਼ਨ ਤੇਜ਼ ਕੀਤਾ ਗਿਆ ਤਾਂ ਉਦੋਂ ਕਰੰਟ ਦੀ ਮਾਤਰਾ ਵੀ ਜ਼ਿਆਦਾ ਵੱਧ ਗਈ। ਤੀਸਰੀ ਗੱਲ ਇਹ ਪਤਾ ਲੱਗੀ ਕਿ ਜਿੰਨੀ ਦੇਰ ਤੱਕ ਮੈਗਨੇਟ ਅਤੇ ਕੋਇਲ ਦੋਨੋਂ ਆਪਸ ਵਿੱਚ ਰੈਲੇਟਿਵ ਮੋਸ਼ਨ ਦੇ ਵਿੱਚ ਸੀ ਸਿਰਫ ਓਨੀ ਦੇਰ ਤੱਕ ਹੀ ਗਲਵੈਨੋਮੀਟਰ ਨੇ ਡਿਫਲੈਕਸ਼ਨ ਦਿੱਤੀ। ਭਾਵ ਚਾਹੇ ਮੈਗਨੇਟ ਤਾਰ ਦੇ ਨੇੜੇ ਸੀ ਚਾਹੇ ਦੂਰ ਸੀ, ਤੇ ਜੇਕਰ ਇਹ ਰੈਸਟ ਤੇ ਸੀ ਤਾਂ ਇੱਥੇ ਗਲਵੈਨੋਮੀਟਰ ਦੇ ਵਿੱਚ ਕੋਈ ਵੀ ਡਿਫਲੈਕਸ਼ਨ ਨਹੀਂ ਦਿਖਾਈ ਦਿੱਤੀ। ਤਾਂ ਇਹਨਾਂ ਸਿੱਟਿਆਂ ਤੇ ਪਹੁੰਚਣ ਤੇ ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ ਕਿ ਇੰਡਿਊਸਡ ਕਰੰਟਸ are developed in a wire loop whenever there is relative motion between loop and magnet। दूसरी गल, induced currents lasts only for a time for which
both of them were in relative motion। ਸਿਰਫ ਉਨੀ ਦੇਰ ਤੱਕ ਹੀ ਇੰਡਿਊਸਡ ਕਰੰਟ ਰਹੇ ਜਿੰਨੀ ਦੇਰ ਤੱਕ ਮੈਗਨੇਟ ਤੇ ਕੋਇਲ ਰਿਲੇਟਿਵ ਮੋਸ਼ਨ 'ਚ ਸੀ। ਤੀਜੀ ਗੱਲ, ਦੀ ਮੈਗਨੀਟਿਊਡ of induced currents depends upon the rate of change of magnetic field। ਸੋ ਇਹ ਤਾਂ ਹੋਈਆਂ ਇਨਫਰੈਂਸਿਸ ਸਾਡੇ ਪਹਿਲੇ ਐਕਸਪੈਰੀਮੈਂਟ ਤੋਂ। ਦੂਸਰੇ ਐਕਸਪੈਰੀਮੈਂਟ ਦੇ ਵਿੱਚ ਫੈਰਾਡੇ ਨੇ ਇੱਕ ਕੋਇਲ ਜਿਸ ਵਿੱਚ ਗਲਵੈਨੋਮੀਟਰ ਲੱਗਿਆ ਸੀ ਉਹ ਤਾਂ ਫਿਕਸ ਰੱਖੀ, ਪਰ ਦੂਸਰੀ ਕੋਇਲ ਜਿਸ ਵਿੱਚ ਇੱਕ ਬੈਟਰੀ ਅਤੇ ਇੱਕ ਕੀ ਲੱਗੀ ਹੋਈ ਸੀ ਉਸ ਦੇ ਵਿੱਚ ਕਰੰਟ ਫਲੋ ਕਰਵਾ ਕੇ ਇਸ ਨੂੰ ਮੈਗਨੇਟ ਵਾਂਗੂ ਹੀ ਦੂਸਰੀ ਪਹਿਲੀ ਕੋਇਲ ਵੱਲ ਨੂੰ ਮੂਵ ਕਰਵਾਇਆ। ਉਦੋਂ ਵੀ ਉਹਨੇ ਸੇਮ ਇਹੀ ਕੇਸ ਦੇਖਿਆ ਕਿ ਜਦੋਂ ਇਹ ਕੋਇਲ ਰਾਈਟ ਸਾਈਡ ਵਾਲੀ ਕੋਇਲ ਲੈਫਟ ਵਾਲੇ ਪਾਸੇ ਨੂੰ ਨੇੜੇ ਆ ਰਹੀ ਸੀ ਤਾਂ ਇਸ ਕੋਇਲ ਦੇ ਵਿੱਚੋਂ ਦੀ ਕਰੰਟ ਫਲੋ ਕੀਤਾ। ਜਦੋਂ ਇਸ ਨੂੰ ਵਾਪਸ ਲੈ ਕੇ ਗਏ ਤਾਂ ਕਰੰਟ ਨੇ ਆਪਣੀ ਡਾਇਰੈਕਸ਼ਨ ਚੇਂਜ ਕਰ ਲਈ। ਤੀਸਰੇ ਐਕਸਪੈਰੀਮੈਂਟ ਦੇ ਵਿੱਚ ਫੈਰਾਡੇ ਨੇ ਦੋਨੇ ਕੋਇਲਸ ਨੂੰ ਸਟੇਸ਼ਨਰੀ ਰੱਖਿਆ, ਮੂਵ ਨਹੀਂ ਕੀਤਾ। देयर वाज नो रिलेटिव मोशन बिटवीन टू कोयल्स, ਪਰ ਉਸਨੇ ਸਿਰਫ ਕਰੰਟ ਨੂੰ ਔਨ ਤੇ ਆਫ ਕੀਤਾ। ਸੱਜੇ ਪਾਸੇ ਵਾਲੀ ਕੋਇਲ ਦੇ ਵਿੱਚ ਕੀ ਨੂੰ ਜਦੋਂ ਪ੍ਰੈਸ ਕੀਤਾ ਗਿਆ ਤਾਂ ਇਸ ਵਿੱਚ ਕਰੰਟ ਫਲੋ ਕੀਤਾ, ਭਾਵ ਕਿ ਜਦੋਂ ਇਸ ਦੇ ਵਿੱਚ ਕਰੰਟ 0 ਟੂ ਮੈਕਸਿਮਮ ਵੈਲਿਊ ਰਾਈਜ਼ ਕੀਤਾ, ਸਿਰਫ ਇੰਨੇ ਸਮੇਂ ਲਈ ਖੱਬੇ ਹੱਥ ਵਾਲੀ ਕੋਇਲ ਦੇ ਵਿੱਚ ਇੰਡਿਊਸਡ ਕਰੰਟ ਪੈਦਾ ਹੋਇਆ। ਤੇ ਜਦੋਂ ਉਸਨੇ ਕੀ ਨੂੰ ਛੱਡਿਆ, ਵਾਪਸ ਆਫ ਕੀਤਾ ਤੇ ਕਰੰਟ ਮੈਕਸਿਮਮ ਤੋਂ 0 ਹੋਇਆ। ਸਿਰਫ ਇੰਨੇ ਟਾਈਮ ਵਾਸਤੇ, ਜਿੰਨੀ ਦੇਰ ਵਾਸਤੇ ਕਰੰਟ ਮੈਕਸਿਮਮ ਟੂ 0 ਹੋਇਆ ਸਵਿਚ ਆਫ ਕਰਨ ਵੇਲੇ, ਉਸ ਸਮੇਂ ਪਹਿਲੀ ਕੋਇਲ ਦੇ ਵਿੱਚ ਇੰਡਿਊਸਡ ਕਰੰਟ ਪੈਦਾ ਹੋਇਆ, ਪਰ ਪਹਿਲਾਂ ਵਾਲੇ ਕੇਸ ਤੋਂ ਉਲਟ ਡਾਇਰੈਕਸ਼ਨ ਦੇ ਵਿੱਚ। ਸੋ ਇਸ ਤੋਂ ਇਹ ਪਤਾ ਲੱਗ ਗਿਆ ਕਿ ਦੋਨੇ ਕੋਇਲਸ ਦੇ ਵਿੱਚ ਰਿਲੇਟਿਵ ਮੋਸ਼ਨ ਦੀ ਲੋੜ ਨਹੀਂ ਹੈ, ਸਿਰਫ ਮੈਗਨੈਟਿਕ ਫੀਲਡ ਦੇ ਚੇਂਜ ਹੋਣ ਦੇ ਨਾਲ। ਕਿਉਂਕਿ ਜਦੋਂ ਕਰੰਟ ਗਰੋ ਕੀਤਾ ਪਹਿਲੀ ਕੋਇਲ ਦੇ ਵਿੱਚ, ਕਰੰਟ ਦੇ ਗਰੋ ਕਰਨ ਦੇ ਨਾਲ ਨਾਲ ਇਸ ਤਾਰ ਦੇ ਆਲੇ ਦੁਆਲੇ ਮੈਗਨੈਟਿਕ ਫੀਲਡ ਵੀ ਗਰੋ ਕੀਤਾ, ਚੇਂਜ ਕੀਤਾ। ਤੇ ਜਿੰਨੀ ਦੇਰ ਵਾਸਤੇ ਮੈਗਨੈਟਿਕ ਫੀਲਡ ਗਰੋ ਕੀਤਾ ਉਹ 8 ਸੈਕਿੰਡ ਫਸਟ ਕੋਇਲ ਦੇ ਨਾਲ ਲਿੰਕ ਹੋਇਆ, ਦੇ ਵਿੱਚ ਉਸਨੇ ਇੰਡਿਊਸਡ ਕਰੰਟ ਪੈਦਾ ਕਰਤੇ। ਤੇ ਜਦੋਂ ਹੀ ਕੀ ਨੂੰ ਆਫ ਕੀਤਾ ਗਿਆ ਤਾਂ ਆਫ ਕਰਨ ਵੇਲੇ ਇਸ ਦਾ ਮੈਗਨੈਟਿਕ ਫੀਲਡ ਮੈਕਸਿਮਮ ਟੂ 0 ਚੇਂਜ ਹੋਇਆ, ਹਾਈ ਵੈਲਿਊ ਟੂ 0 ਚੇਂਜ ਹੋਇਆ, ਤਾਂ ਉਨੇ ਟਾਈਮ ਵਾਸਤੇ ਨੇਬਰਿੰਗ ਕੋਇਲ ਦੇ ਵਿੱਚ ਹੋਏ, ਅਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਪੈਦਾ ਹੋਏ। ਸੋ ਇਸ ਤਰ੍ਹਾਂ ਸਾਨੂੰ ਚੌਥਾ ਪੁਆਇੰਟ ਫੈਰਾਡੇ ਦਾ ਇਹ ਬਣ ਜਾਏਗਾ ਕਿ ਦੀ ਓਨਲੀ ਥਿੰਗ ਵਿਚ ਇਜ਼ ਇੰਪੋਰਟੈਂਟ ਇਜ਼ ਦੀ ਚੇਂਜ of magnetic field and the rate of change of magnetic field। induced current change of magnetic field ਦੇ ਨਾਲ ਪੈਦਾ ਹੁੰਦਾ ਤੇ induced current ਦੀ value ਡਿਪੈਂਡ ਕਰਦੀ ਆ rate of change of magnetic field ਤੇ। ਤੋ ਇਸ ਤੋਂ ਬਾਅਦ ਫੈਰਾਡੇ ਅਤੇ ਹੈਨਰੀ ਨੇ ਇੱਕ ਫਾਰਮੂਲਾ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਉਹਨਾਂ ਨੇ ਮੈਗਨੈਟਿਕ ਫਲਕਸ ਦਾ ਜੋ ਕਨਸੈਪਟ ਹੈ ਉਹ ਇੰਟਰੋਡਿਊਸ ਕੀਤਾ। ਕਿਸੇ ਵੀ ਮੈਗਨੇਟ ਦੀਆਂ ਮੈਗਨੈਟਿਕ ਫੀਲਡ ਨੂੰ ਜੇਕਰ ਅਸੀਂ ਬੋਰਡ ਦੇ ਉੱਤੇ ਦਰਸਾਉਣਾ ਹੋਵੇ ਤਾਂ ਅਸੀਂ ਉਸ ਨੂੰ ਇਮੈਜਨਰੀ ਲਾਈਨਸ ਦੇ ਨਾਲ ਦਰਸਾ ਸਕਦੇ ਹਾਂ। ਇਹ ਇਮੈਜਨਰੀ ਲਾਈਨਸ ਜਦੋਂ ਕਿਸੇ ਏਰੀਆ ਦੇ ਵਿੱਚੋਂ ਦੀ ਲੰਘਦੀਆਂ ਨੇ ਤਾਂ ਜਿੰਨੀਆਂ ਲਾਈਨਸ ਉਸ ਏਰੀਆ ਦੇ ਵਿੱਚੋਂ ਦੀ ਕ੍ਰੋਸ ਕਰਦੀਆਂ ਨੇ ਤਾਂ ਉਸ ਨੂੰ ਅਸੀਂ ਮੈਗਨੈਟਿਕ ਫਲਕਸ ਦਾ ਨਾਮ ਦਿੱਤਾ ਹੈ। ਸੋ ਮੈਗਨੈਟਿਕ ਫਲਕਸ ਥਰੂ ਏ ਸਰਫੇਸ ਇਜ਼
defined as the number of magnetic field lines crossing that area normally, ਅਤੇ ਇਸ ਨੂੰ ਫਾਈ ਦੇ ਨਾਲ ਡਿਨੋਟ ਕੀਤਾ ਗਿਆ more conveniently phi b. B stands for magnetic because we have also used phi for electric flux also, so that was phi E, and here we will use phi B. So phi B can be written as B dot A. So it is the dot product of two vectors, magnetic field vector and area vector. Is area vector? So are you aware of that? ਜੇਕਰ ਮੇਰੇ ਕੋਲ ਇੱਥੇ ਇੱਕ ਏਰੀਆ ਹੋਵੇ ਰੈਕਟੈਂਗੂਲਰ ਏਰੀਆ, ਤੇ ਇਸ ਦਾ ਜੋ ਏਰੀਆ ਵੈਕਟਰ ਹੋਏਗਾ ਇਟ ਵਿਲ ਬੀ ਪਰਪੈਂਡੀਕੂਲਰ ਟੂ ਦੀ ਪਲੇਨ ਆਫ ਦੀ ਸਰਫੇਸ। ਸਮਝਣ ਦੇ ਲਈ ਜੇਕਰ ਆਹ ਵਾਲਾ ਬੋਰਡ ਦੇ ਏਰੀਆ ਦੀ ਗੱਲ ਕਰੀਏ ਤਾਂ ਬੋਰਡ ਦਾ ਏਰੀਆ ਦਾ ਮੈਗਨੀਚਿਊਡ ਹੋਏਗਾ ਲੈਂਥ ਟਾਈਮਸ ਬ੍ਰੈਡਥ, ਬਟ ਇਟਸ ਡਾਇਰੈਕਸ਼ਨ ਵਿਲ ਬੀ perpendicularly outwards from the plane of the board। ਜੇਕਰ ਇਸ ਏਰੀਆ ਦੇ ਵਿੱਚੋਂ ਦੀ ਮੈਗਨੈਟਿਕ ਫੀਲਡ ਲੰਘਦਾ ਹੈ, ਸਪੋਜ਼ ਕਰ ਦਈਏ ਇਹ ਏਰੀਆ ਕਿਸੇ ਮੈਗਨੈਟਿਕ ਫੀਲਡ 'ਚ ਪਿਆ ਹੈ ਤੇ ਮੈਗਨੈਟਿਕ ਫੀਲਡ B makes an angle theta with the area vector, then phi B through this area can be written as B A cos of the angle between magnetic field and area vector। ਹੁਣ ਇਹ ਤਾਂ ਅਸੀਂ ਗੱਲ ਕੀਤੀ ਵੀ ਜਦੋਂ ਮੈਗਨੈਟਿਕ ਫੀਲਡ ਤੇ ਏਰੀਆ ਸਾਡੇ ਕੋਲੇ ਯੂਨੀਫਾਰਮ ਨੇ, ਪਰ ਉਦੋਂ ਅਸੀਂ ਕੀ ਕਰਾਂਗੇ ਜੇਕਰ ਏਰੀਆ ਸਾਡੇ ਕੋਲੇ ਨੌਨ ਯੂਨੀਫਾਰਮ ਹੋਵੇ ਤੇ ਮੈਗਨੈਟਿਕ ਫੀਲਡ ਵੀ ਨੌਨ ਯੂਨੀਫਾਰਮ ਹੋਵੇ। ਜਸਟ ਲਾਈਕ ਜੇਕਰ ਸਾਡੇ ਕੋਲੇ ਕੋਈ ਸਰਫੇਸ ਇੱਦਾਂ ਦੀ ਹੋਵੇ ਤੇ ਇਹਦੇ ਵਿੱਚੋਂ ਦੀ ਮੈਗਨੈਟਿਕ ਫੀਲਡ ਇਸ ਤਰੀਕੇ ਦੇ ਨਾਲ ਲੰਘ ਰਿਹਾ ਹੋਵੇ ਤੇ ਹਰ ਜਗ੍ਹਾ ਦੇ ਉੱਤੇ ਏਰੀਆ ਦੀ ਵੈਲਿਊ ਡਿਫਰੈਂਟ ਹੋਏਗੀ ਤੇ ਹੋ ਸਕਦਾ ਮੈਗਨੈਟਿਕ ਫੀਲਡ ਵੀ ਚੇਂਜਿੰਗ ਹੋਵੇ, ਤਾਂ ਅਸੀਂ ਮੰਨ ਲਈਏ ਸਾਡੇ ਕੋਲ ਮੈਗਨੈਟਿਕ ਫੀਲਡ ਦੀ ਵੈਲਿਊਜ਼ B1 B2 B3 ਅਪ ਟੂ Bn ਹਨ। ਇਹਨਾਂ ਦੇ ਵਿੱਚੋਂ ਇੱਕ ਮੈਗਨੈਟਿਕ ਫੀਲਡ ਅਸੀਂ ith ਵੀ ਮੰਨ ਲੈਂਦੇ ਹਾਂ, Bith। ਸਪੋਜ਼ ਕਰੀਏ ਇਸ ਜਗ੍ਹਾ ਦੇ ਉੱਤੇ ਜੋ ਸਾਡਾ ਏਰੀਆ ਵੈਕਟਰ ਹੈ ਇਹ ਇੱਧਰ ਨੂੰ ਹੈ, so let it be DAN, and here the area vector is like this, so A1 making an angle θ1। ਇੱਥੇ ਸਾਡੇ ਕੋਲੇ ਏਰੀਆ ਇੱਦਾਂ ਹੈ, ਲੈਟ ਕਰ ਲੈਂਦੇ ਆ A2। ਇਸੇ ਤਰ੍ਹਾਂ ਇਸ ਪੁਆਇੰਟ ਦੇ ਉੱਤੇ let the area be like this and it is AI। ਤਾਂ ਸਾਡੇ ਕੋਲ ਮੈਗਨੈਟਿਕ ਫਲਕਸ ਲਿਖਣ ਦਾ ਤਰੀਕਾ ਕੀ ਹੋਏਗਾ, ਸਾਰੇ ਏਰੀਆ ਐਲੀਮੈਂਟਸ ਦੀ ਫਲਕਸ ਦਾ ਸਮ। ਸੋ B1 ਡੋਟ DA1 ਪਲਸ B2 ਡੋਟ DA2 going so on up to BI dot DAI plus going so on up to Bn dot DAN। तो ਇਹਨਾਂ ਨੂੰ ਈਜ਼ੀਲੀ ਅਸੀਂ ਸਮ ਅਪ ਕਰ ਸਕਦੇ ਹਾਂ with the help of a summation। so BI dot DAI, I changing from 1 to n, so this will give us phi B total। ਜੇਕਰ ਸਾਡੇ ਕੋਲ ਏਰੀਆ ਐਲੀਮੈਂਟਸ ਯੂਨੀਫਾਰਮ ਹੋਣ, ਛੋਟੇ ਹੋਣ, ਤਾਂ ਅਸੀਂ ਇਸ ਸਮੇਸ਼ਨ ਨੂੰ ਚੇਂਜ ਕਰ ਸਕਦੇ ਹਾਂ ਵਿਦ ਇੰਟੈਗਰਲ।
So B dot dA integral will give us total magnetic flux through this surface. ਹੁਣ ਆਉਂਦੇ ਹਾਂ ਕਿ ਮੈਗਨੈਟਿਕ ਫਲਕਸ ਜੋ ਅਸੀਂ ਪੜ੍ਹੀ ਹੈ ਇਸ ਦੇ ਯੂਨਿਟ ਕੀ ਹਨ। ਵੈਬਰ ਇਜ਼ ਦੀ ਯੂਨਿਟ ਆਫ ਮੈਗਨੈਟਿਕ ਫਲਕਸ। ਇਸ ਨੂੰ WB ਦੇ ਨਾਲ ਵੀ ਡਿਨੋਟ ਕੀਤਾ ਜਾਂਦਾ ਹੈ। ਐਂਡ 1 ਵੈਬਰ ਇਜ਼ ਇਕੁਅਲ ਟੂ ਟੈਸਲਾ ਮੀਟਰ ਸਕੁਏਅਰ। ਇਸੇ ਡੈਫੀਨੇਸ਼ਨ ਤੋਂ ਅਸੀਂ ਵੈਬਰ ਨੂੰ ਡਿਫਾਈਨ ਕਰ ਸਕਦੇ ਹਾਂ ਕਿ 1 ਵੈਬਰ is the magnetic flux if a uniform magnetic field of 1 Tesla which is crossing an area of 1 meter square normally ਦਾ ਮਤਲਬ perpendicularly, ਮਤਲਬ ਏਰੀਆ ਦੇ ਵਿੱਚੋਂ ਦੀ ਅਸੀਂ ਮੈਗਨੈਟਿਕ ਫੀਲਡ ਦਾ ਕੰਪੋਨੈਂਟ ਪਰਪੈਂਡੀਕੂਲਰ ਲੈਣਾ ਹੈ। ਜੇਕਰ ਅਸੀਂ ਇੱਥੇ ਇਸ ਤਰੀਕੇ ਦਾ ਕੋਈ ਸਰਫੇਸ ਐਲੀਮੈਂਟ ਬਣਾ ਲੈਂਦੇ ਆ ਜਿਹਦਾ ਏਰੀਆ ਵੈਕਟਰ ਇੱਧਰਲੇ ਪਾਸੇ ਨੂੰ ਹੋਵੇ ਤੇ ਮੈਗਨੈਟਿਕ ਫੀਲਡ ਸਾਡੇ ਕੋਲ ਇੱਧਰ ਨੂੰ ਹੋਵੇ ਤੇ ਮੇਕਿੰਗ ਐਨ ਐਂਗਲ ਥੀਟਾ ਹੋਵੇ, ਦੈਨ ਅਸੀਂ ਐਕਚੁਅਲੀ ਕਰਦੇ ਕੀ ਆ, ਅਸੀਂ B ਤਾਂ ਇੱਥੇ ਸਾਡਾ ਐਕਸ ਵਾਲੇ ਪਾਸੇ ਨੂੰ ਹੀ ਆ, ਨਾਲ ਦੀ ਨਾਲ ਏਰੀਆ ਵੈਕਟਰ ਜੋ ਹੈ ਉਸ ਦਾ ਕੰਪੋਨੈਂਟ ਅਲੋਂਗ B ਦੇ ਪਾਸੇ ਲਿਖ ਲੈਂਦੇ ਆ A cos ਥੀਟਾ। ਸੋ ਇਸੇ ਤਰ੍ਹਾਂ ਸਾਡੇ ਕੋਲ ਇਹ ਫਾਰਮੂਲਾ ਬਣ ਜਾਂਦਾ B ਡੋਟ A। ਸੋ ਏਰੀਆ ਦਾ ਕੰਪੋਨੈਂਟ ਅਸੀਂ B ਵਾਲੇ ਪਾਸੇ ਲੈ ਲਿਆ। ਜੇਕਰ ਏਰੀਆ ਸਾਡਾ ਐਕਸ ਵਾਲੇ ਪਾਸੇ ਹੋਵੇ ਤੇ B ਇਨਕਲਾਈਨਡ ਹੋਵੇ ਤਾਂ ਅਸੀਂ B ਦਾ ਕੰਪੋਨੈਂਟ ਅਲੋਂਗ ਏਰੀਆ ਲੈ ਸਕਦੇ ਹਾਂ। ਓਕੇ, ਹੁਣ ਅਸੀਂ ਆਉਂਦੇ ਹਾਂ ਕਿ SI ਸਿਸਟਮ ਦੇ ਵਿੱਚ ਤਾਂ ਅਸੀਂ ਯੂਨਿਟ ਦੇਖ ਲਏ। ਇਨ SI ਸਿਸਟਮ ਦੀ ਯੂਨਿਟਸ ਆਰ ਵੈਬਰ ਔਰ ਟੈਸਲਾ ਮੀਟਰ ਸਕੁਏਅਰ। ਵਾਟ ਅਬਾਊਟ CGS ਸਿਸਟਮ ਦੇ ਵਿੱਚ ਮੈਗਨੈਟਿਕ ਫਲਕਸ ਦੇ ਜੋ ਯੂਨਿਟ ਹਨ ਦੀਜ਼ ਆਰ ਮੈਕਸਵੈਲ। ਟੈਸਲਾ ਦਾ CGS ਦੇ ਵਿੱਚ ਗੌਸ ਐਂਡ ਮੀਟਰ ਦਾ ਸੈਂਟੀਮੀਟਰ ਸਕੁਏਅਰ। ਹੁਣ ਅਸੀਂ ਰਿਲੇਸ਼ਨ ਫਾਈਂਡ ਕਰਦੇ ਹਾਂ 1 ਵੈਬਰ ਤੇ 1 ਮੈਕਸਵੈਲ ਦੇ ਵਿੱਚ। ਸੋ ਹਾਊ ਮੈਨੀ ਮੈਕਸਵੈਲਸ ਆਰ ਦੇਅਰ ਇਨ 1 ਵੈਬਰ ਆਫ ਮੈਗਨੈਟਿਕ ਫਲਕਸ। ਸੋ 1 ਵੈਬਰ ਜੋ ਹੈ ਸਾਡੇ ਕੋਲ, ਇਹਨੂੰ ਅਸੀਂ ਐਕਸਪੈਂਡ ਕਰਕੇ ਲਿਖ ਲਵਾਂਗੇ 1 ਟੈਸਲਾ ਮੀਟਰ ਸਕੁਏਅਰ ਇਕੁਅਲ ਟੂ ਡੈਸ਼ 1 ਟੈਸਲਾ we know it is 10⁴ ਗੌਸ ਐਂਡ ਮੀਟਰ ਨੂੰ ਅਸੀਂ ਸੈਂਟੀਮੀਟਰ 'ਚ ਬਣਾਈਏ। ਸੈਂਟੀਮੀਟਰ 1 ਮੀਟਰ ਇਕੁਅਲਸ ਟੂ 10⁻² ਸੈਂਟੀਮੀਟਰ ਐਂਡ ਵੀ ਨੀਡ a square of it. So it is 10⁸ ਗੌਸ ਸੈਂਟੀਮੀਟਰ ਸਕੁਏਅਰ, ਜਾਂ ਅਸੀਂ ਇਹਨੂੰ ਕਹਿ ਦਈਏ 10⁸ ਮੈਕਸਵੈਲ। ਸੋ ਇਸ ਤਰ੍ਹਾਂ ਅਸੀਂ CGS ਸਿਸਟਮ ਦੇ ਵਿੱਚ ਲਿਖ ਸਕਦੇ ਹਾਂ ਮੈਗਨੈਟਿਕ ਫਲਕਸ ਨੂੰ। ਹੁਣ ਅਸੀਂ ਆਉਂਦੇ ਹਾਂ ਮੈਗਨੈਟਿਕ ਫਲਕਸ ਦੇ ਡਾਇਮੈਂਸ਼ਨਲ ਫਾਰਮੂਲੇ ਦੇ ਉੱਤੇ। ਫਲਕਸ φB ਸਾਨੂੰ ਪਤਾ φB ਇਕੁਅਲ ਟੂ B ਡੋਟ A। ਦੀ ਡਾਇਮੈਂਸ਼ਨਲ ਫਾਰਮੂਲਾ ਆਫ ਏਰੀਆ ਇਜ਼ ਲੈਂਥ ਸਕੁਏਅਰ। ਵਾਟ ਅਬਾਊਟ B? ਮੈਗਨੈਟਿਕ ਫੀਲਡ ਸਾਡਾ ਫਾਰਮੂਲੇ 'ਚ ਆਉਂਦਾ ਲੋਰੈਂਸ ਫੋਰਸ ਇਜ਼ ਇਕੁਅਲ ਟੂ QV ਕ੍ਰੋਸ B। ਇਫ V is perpendicular to B then F will be written as QVB। ਇੱਥੋਂ ਅਸੀਂ ਮੈਗਨੈਟਿਕ ਫੀਲਡ ਕੱਢ ਲਈਏ F upon QV। ਸੋ ਮੈਗਨੈਟਿਕ ਫੀਲਡ ਦੀ ਜਗ੍ਹਾ ਤੇ ਅਸੀਂ ਲਿਖ ਸਕਦੇ ਹਾਂ F upon QV। ਫੋਰਸ ਦੇ ਡਾਇਮੈਂਸ਼ਨਲ ਫਾਰਮੂਲਾ ਸਾਨੂੰ ਪਤਾ MLT-2 ਓਵਰ ਚਾਰਜ ਨੂੰ ਲਿਖਦੇ ਹਾਂ, ਵੈਲੋਸਿਟੀ ਦੇ ਡਾਇਮੈਂਸ਼ਨ ਲਿਖ ਲਈਏ LT-1। ਇੱਧਰ ਸਾਡੇ ਕੋਲ ਲੈਂਥ ਸਕੁਏਅਰ ਮੀਟਰ ਸਕੁਏਅਰ ਦੀ ਪਹਿਲਾਂ ਹੀ ਪਈ ਹੈ। ਚਾਰਜ ਦਾ ਡਾਇਮੈਂਸ਼ਨਲ ਫਾਰਮੂਲਾ ਕੱਢਣ ਦੇ ਲਈ ਇਲੈਕਟ੍ਰਿਕ ਕਰੰਟ ਇਕੁਅਲ ਟੂ Q/T। ਸੋ ਇੱਥੋਂ ਸਾਡੇ ਕੋਲ ਆ ਗਿਆ Q ਇਕੁਅਲ ਟੂ I/T, ਕਰੰਟ ਇਨਟੂ ਟਾਈਮ। ਕਰੰਟ ਦਾ ਡਾਇਮੈਂਸ਼ਨਲ ਫਾਰਮੂਲਾ ਐਂਪੀਅਰ, T is time. So we have MLT-2 L square divided by ampere time into
ਐਲ ਟੀ -1। ਸੋ ਆਓ ਜੀ ਇਹਨਾਂ ਨੂੰ ਹੁਣ ਇਕੱਠੇ ਕਰੀਏ। ਐਮ ਸਾਡੇ ਕੋਲ ਹੋਰ ਹੈ ਨਹੀਂ ਕੋਈ, ਸੋ ਐਲ ਇੱਥੇ 1 ਹੈ, ਇੱਥੇ 2 ਆ, ਸੋ ਇਹਦਾ ਮਤਲਬ 1 + 2 ਅਤੇ ਐਲ ਥੱਲਿਓਂ ਜਿਹੜੀ ਇੱਕ ਆ ਉੱਪਰ ਜਾ ਕੇ -1 ਹੋ ਜਾਏਗੀ, ਤਾਂ ਸਾਡੇ ਕੋਲ ਐਲ ਆ ਗਿਆ 1 + 2 -1। ਟੀ ਵਾਸਤੇ -2 ਐਂਡ 1 ਅਤੇ -1 ਆਹ ਦੋਨੇ ਕੈਂਸਲ ਹੋ ਜਾਣਗੇ ਜੀ, ਸੋ -2 ਰਹਿ ਗਿਆ। ਇਸ ਉੱਪਰ ਜਾ ਕੇ ਇਹ -1 ਬਣ ਜਾਏਗਾ। ਸੋ ਵੀ ਆਰ ਲੈਫਟ ਵਿਦ ml², 1 ਨਾਲ 1 ਕੈਂਸਲ ਹੋ ਗਿਆ। t -2 a -1 is the dimensional formula of magnetic flux। ਸੋ ਇਸ ਤਰ੍ਹਾਂ ਅਸੀਂ ਮੈਗਨੈਟਿਕ ਫਲਕਸ ਦਾ ਡੈਫੀਨੇਸ਼ਨ ਐਂਡ ਡਿਮੈਂਸ਼ਨਲ ਫਾਰਮੂਲਾ ਕੀਤਾ। ਮੈਗਨੈਟਿਕ ਫਲਕਸ ਸਾਡੀ ਡਾਟ ਪ੍ਰੋਡਕਟ ਬਿਟਵੀਨ ਟੂ ਵੈਕਟਰਸ ਆ, ਇਸ ਕਰਕੇ ਇਟ ਇਜ਼ ਏ ਸਕੇਲਰ ਕੁਆਂਟਿਟੀ, ਕਿਉਂਕਿ ਡਾਟ ਪ੍ਰੋਡਕਟ ਦਾ ਰਿਜ਼ਲਟ ਹੈ ਜੋ ਉਹ ਸਾਡੇ ਕੋਲੇ ਸਕੇਲਰ ਹੁੰਦਾ ਹੈ। ਪਰ ਭਾਵੇਂ ਇਹ ਸਕੇਲਰ ਕੁਆਂਟਿਟੀ ਆ, ਪਰ ਇਹ ਪੋਜ਼ਿਟਿਵ ਅਤੇ ਨੈਗੇਟਿਵ ਹੁੰਦੀ ਆ। ਕਿਵੇਂ? ਜੇਕਰ ਸਪੋਜ਼ ਕਰੀਏ ਇੱਥੇ ਮੇਰੇ ਕੋਲ ਕੋਈ ਏਰੀਆ ਐਲੀਮੈਂਟ ਆ, ਏਰੀਆ ਐਲੀਮੈਂਟ ਦੀ ਡਾਇਰੈਕਸ਼ਨ ਇੱਧਰਲੇ ਪਾਸੇ ਨੂੰ ਆ ਅਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਸਾਡੀ ਇੱਧਰਲੇ ਪਾਸੇ ਨੂੰ ਆ। ਦੈਨ ਵੀ ਹੈਵ ਏ ਐਂਗਲ ਥੀਟਾ ਬਿਟਵੀਨ ਬੀ ਐਂਡ ਏ, ਐਂਡ ਕਲੀਅਰਲੀ ਅਕੋਰਡਿੰਗ ਟੂ ਦਿਸ ਸਿਚੁਏਸ਼ਨ ਦੀ ਥੀਟਾ ਇਜ਼ ਐਕਿਊਟ ਐਂਗਲ। ਮਤਲਬ ਇਹ ਸਾਡੇ ਕੋਲੇ ਜੇਕਰ ਅਸੀਂ ਕੁਆਡਰੈਂਟਸ ਇੱਥੇ ਬਣਾ ਲਈਏ ਚਾਰੇ, ਤਾਂ 0, 90, 180, 270 ਐਂਡ 360, ਤਾਂ ਥੀਟਾ ਲਾਈਜ਼ ਇਨ ਫਸਟ ਕੁਆਡਰੈਂਟ, ਅਤੇ ਫਸਟ ਕੁਆਡਰੈਂਟ ਸਾਰੇ ਪੋਜ਼ਿਟਿਵ ਹੁੰਦੇ ਆ, ਅਤੇ ਬੀ ਡਾਟ ਏ ਸਾਡੇ ਕੋਲੇ ਪੋਜ਼ਿਟਿਵ ਆ ਜਾਏਗੀ, ਬਿਕੋਜ਼ ਕੌਸ ਵੀ ਇੱਥੇ ਪੋਜ਼ਿਟਿਵ ਹੋਏਗਾ। ਬਟ ਜੇਕਰ ਇਹੀ ਏਰੀਆ ਸਾਡੇ ਕੋਲੇ ਇੱਦਾਂ ਹੋਵੇ, ਅਤੇ ਏਰੀਆ ਦੀ ਡਾਇਰੈਕਸ਼ਨ ਆ ਗਈ ਜੀ ਇੱਧਰਲੇ ਪਾਸੇ ਨੂੰ, ਮੈਗਨੈਟਿਕ ਫੀਲਡ ਇੱਧਰਲੇ ਪਾਸੇ ਨੂੰ ਹੋਵੇ, ਹੁਣ ਸਾਡੇ ਕੋਲੇ ਮੈਗਨੈਟਿਕ ਫੀਲਡ ਅਤੇ ਏਰੀਆ ਦੀ ਡਾਇਰੈਕਸ਼ਨ, ਏਰੀਆ ਦਾ ਐਂਗਲ ਹੈ ਇਟ ਇਜ਼ ਅਬਟਿਊਸ ਐਂਗਲ, ਮੋਰ ਦੈਨ 90 ਡਿਗਰੀ ਐਂਗਲ ਆ ਗਿਆ। ਜੇਕਰ ਇਹ ਮੋਰ ਦੈਨ 90 ਡਿਗਰੀ ਐਂਗਲ ਹੈ ਤਾਂ ਇਟ ਲਾਈਜ਼ ਇਨ ਸੈਕਿੰਡ ਕੁਆਡਰੈਂਟ। ਸੈਕਿੰਡ ਕੁਆਡਰੈਂਟ ਦੇ ਵਿੱਚ ਹੋਣ ਦੇ ਨਾਲ ਸਾਡੇ ਕੋਲ ਜੋ ਬੀ ਡਾਟ ਏ = BA cos ਥੀਟਾ ਹੈ, cos ਬਿਕਮਜ਼ ਨੈਗੇਟਿਵ, ਸੋ ਦੇਅਰਫੋਰ ਆਵਰ ਫਲਕਸ ਬਿਕਮਜ਼ ਨੈਗੇਟਿਵ। ਸੋ ਇਸ ਕਰਕੇ ਮੈਗਨੈਟਿਕ ਫਲਕਸ ਨੈਗੇਟਿਵ ਵੀ ਹੋ ਸਕਦੀ ਆ, ਪੋਜ਼ਿਟਿਵ ਵੀ ਹੋ ਸਕਦੀ ਆ, ਪਰ ਇਹ ਸਕੇਲਰ ਕੁਆਂਟਿਟੀ ਆ। ਕਿਉਂ? ਕਿਉਂਕਿ ਵੈਕਟਰ ਕੁਆਂਟਿਟੀ ਸਿਰਫ ਉਹੀ ਨਹੀਂ ਹੁੰਦੀਆਂ ਜਿਹੜੀਆਂ ਮੈਗਨੀਚਿਊਡ ਅਤੇ ਡਾਇਰੈਕਸ਼ਨ ਹੋਵੇ, ਪਰ ਨਾਲ ਦੀ ਨਾਲ ਉਹ ਵੈਕਟਰ ਲੌਜ਼ ਨੂੰ ਓਬੇ ਵੀ ਕਰਦੀਆਂ ਹੋਣ। ਤਾਂ ਮੈਨੂੰ ਉਮੀਦ ਆ ਵੀ ਮੈਗਨੈਟਿਕ ਫਲਕਸ ਬਾਰੇ ਤੁਹਾਡੇ ਕੰਸੈਪਟ ਸਾਰੇ ਕਲੀਅਰ ਹੋ ਗਏ ਹੋਣਗੇ। ਸੋ ਥੈਂਕ ਯੂ ਵੈਰੀ ਮੱਚ।